गुड ईवनिंग स्टूडेंट्स। अज आप पॉलिटी का पार्ट 2 डिस्कस करांगे। इस सीरीज़ दे विच आपां पॉलिटी दे टॉप 1200 MCQs करांगे। सारे चैप्टर वाइज चलणगे। तो प्लीज़ स्टूडेंट्स अपने नोट्स बहुत अच्छे तरीके नाल बनाओ भी तां जो तुसीं इन्हां नूं पढ़ के एक गौरमेंट जॉब दे विच एक अच्छा स्कोर तुसीं कर सको। तो चलो अज आपां पॉलिटी का पार्ट 2 डिस्कस करते हैं। हाउ मैनी वाइस प्रेजिडेंट्स वर इलैक्टेड फॉर इंडियन कॉन्स्टिट्यूएंट असैंबली ਡੀਅਰ। ਤਾਂ ਭਾਰਤੀ ਸੰਵਿਧਾਨ ਸਭਾ ਦੇ ਉਪ ਪ੍ਰਧਾਨ ਕਿੰਨੇ ਚੁਣੇ ਗਏ ਸੀ। ਤੁਹਾਨੂੰ ਪਤਾ ਹੀ ਹੈ ਜਿਹੜੀ ਆਪਣੀ ਕੌਂਸਟੀਚੁਐਂਟ ਅਸੈਂਬਲੀ ਆ 1946 ਦੇ ਵਿੱਚ ਕੈਬਨਿਟ ਮਿਸ਼ਨ ਪਲਾਨ ਦੇ ਅੰਡਰ ਬਣੀ ਸੀਗੀ। ਜਿਹੜਾ ਪਹਿਲਾ ਸੈਸ਼ਨ ਹੋਇਆ ਸੀਗਾ 9 ਦਸੰਬਰ 1946 ਨੂੰ ਹੋਇਆ ਸੀਗਾ। ਤਾਂ 11 ਦਸੰਬਰ ਨੂੰ 2 ਵਾਈਸ ਪ੍ਰੈਜ਼ੀਡੈਂਟ ਆਪਣੇ ਚੁਣੇ ਗਏ ਸੀਗੇ। ਤਾਂ ਕਿੰਨੇ ਚੁਣੇ ਗਏ ਸੀ? 2। ਇੱਕ ਪ੍ਰੈਜ਼ੀਡੈਂਟ ਤੇ 2 ਵਾਈਸ ਪ੍ਰੈਜ਼ੀਡੈਂਟ ਚੁਣੇ ਗਏ ਸੀ। ਠੀਕ ਹੈ ਜੀ। ਤਾਂ ਆਪਸ਼ਨ ਬੀ ਤੇ ਟਿਕ ਲੱਗੂਗਾ। ਨੈਕਸਟ ਹੈਗਾ ਹੂ ਵਾਜ਼ ਅਪੋਇੰਟਡ ਐਜ਼ ਦੀ ਵਾਈਸ ਪ੍ਰੈਜ਼ੀਡੈਂਟ ਆਫ ਕੌਂਸਟੀਚੁਐਂਟ ਅਸੈਂਬਲੀ। ਤਾਂ ਇਹਨਾਂ ਹੇਠ ਲਿਖਿਆਂ ਵਿੱਚੋਂ ਕਿਹਨਾਂ ਨੂੰ ਕੌਂਸਟੀਚੁਐਂਟ ਅਸੈਂਬਲੀ ਦਾ ਵਾਈਸ ਪ੍ਰੈਜ਼ੀਡੈਂਟ ਚੁਣਿਆ ਗਿਆ ਸੀ। ਤਾਂ 2 ਵਿਅਕਤੀਆਂ ਨੂੰ ਚੁਣਿਆ ਗਿਆ ਸੀ। ਮੈਂ ਲਾਸਟ ਕੁਐਸਚਨ 'ਚ ਵੀ ਤੁਹਾਨੂੰ ਦੱਸਿਆ। ਇੱਕ ਦਾ ਨਾਮ ਹੈਗਾ HC ਮੁਖਰਜੀ ਅਤੇ ਇੱਕ ਦਾ ਨਾਮ ਹੈਗਾ VT ਕ੍ਰਿਸ਼ਮਾਚਾਰੀ ਡੀਅਰ। ਤਾਂ 2 ਵਿਅਕਤੀਆਂ ਨੂੰ ਚੁਣਿਆ ਗਿਆ ਸੀਗਾ VT ਕ੍ਰਿਸ਼ਮਾਚਾਰੀ ਅਤੇ HC ਮੁਖਰਜੀ। ਤਾਂ ਦੈਟਸ ਵਾਈ C ਆਪਸ਼ਨ 'ਤੇ ਟਿੱਕ ਲੱਗੂਗਾ। ਬੋਥ A ਐਂਡ B ਦੇ ਉੱਤੇ ਤੁਸੀਂ ਟਿੱਕ ਲਗਾਓਗੇ। ਠੀਕ ਹੈ ਜੀ। ਨੈਕਸਟ ਕੁਐਸਚਨ ਹੈਗਾ ਹੂ ਅਮੰਗ ਦੀ ਫੋਲੋਇੰਗ ਵਾਜ਼ ਨਾਟ ਅ ਮੈਂਬਰ ਆਫ ਦੀ ਕੌਂਸਟੀਚੁਐਂਟ ਅਸੈਂਬਲੀ। ਹੇਠ ਲਿਖਿਆਂ ਵਿੱਚੋਂ ਕਿਹੜਾ ਸੰਵਿਧਾਨਿਕ ਸਭਾ ਦਾ ਮੈਂਬਰ ਨਹੀਂ ਸੀ। ਤਾਂ ਆਪਸ਼ਨ ਤੁਹਾਨੂੰ ਦਿੱਤੇ ਹੋਏ ਨੇ। ਤੁਹਾਡੇ 3 ਮੈਂਬਰਸ ਜਿਹੜੇ ਮੇਨ ਆਪਣੇ ਕੋਲ ਆਪਸ਼ਨਾਂ ਵਿੱਚ ਆਉਂਦੇ ਹੁੰਦੇ ਨੇ। ਇੱਕ ਤਾਂ ਮਹਾਤਮਾ ਗਾਂਧੀ ਪਹਿਲਾਂ ਆਪਾਂ ਨੂੰ ਆਪਸ਼ਨ ਦੇਖਣਾ ਚਾਹੀਦਾ। ਇੱਕ ਜੈ ਪ੍ਰਕਾਸ਼ ਨਾਰਾਇਣ ਹੈ। ਇੱਕ MA ਜਿਨਹਾ। ਇਹ 3 ਵਿਅਕਤੀ ਸੀ ਜੋ ਮਤਲਬ ਮੈਂਬਰ ਨਹੀਂ ਸੀਗੇ ਮੇਨ ਆਪਣੇ ਕੌਂਸਟੀਚੁਐਂਟ ਅਸੈਂਬਲੀ ਦੇ, ਜਿਹੜੇ ਆਪਸ਼ਨਾਂ ਐਗਜ਼ਾਮ ਦੇ ਵਿੱਚ ਆਉਂਦੀਆਂ ਹੁੰਦੀਆਂ ਨੇ। ਤਾਂ ਇਹਦੇ 'ਚ ਮਹਾਤਮਾ ਗਾਂਧੀ ਆਪਾਂ ਨੂੰ ਨਹੀਂ ਦਿਖ ਰਿਹਾ। ਤਾਂ ਜੈ ਪ੍ਰਕਾਸ਼ ਨਾਰਾਇਣ ਜ਼ਰੂਰ ਦਿਖ ਰਿਹਾ। ਤਾਂ C ਆਪਸ਼ਨ ਜੈ ਪ੍ਰਕਾਸ਼ ਨਾਰਾਇਣ ਦੇ ਉੱਤੇ ਤੁਸੀਂ ਟਿੱਕ ਲਗਾਓਗੇ। ਠੀਕ ਹੈ ਜੀ। ਤਾਂ ਨੈਕਸਟ ਹੈਗਾ ਸਟੂਡੈਂਟਸ ਡਿਊਰਿੰਗ ਦੀ ਫਾਰਮੂਲੇਸ਼ਨ ਆਫ ਇੰਡੀਅਨ ਕੌਂਸਟੀਟਿਊਸ਼ਨ ਹੂ ਅਮੰਗ ਦੀ ਫੋਲੋਇੰਗ ਪ੍ਰੈਜੈਂਟਡ ਦੀ ਓਬਜੈਕਟਿਵ ਰੈਜ਼ੋਲੂਸ਼ਨ। ਭਾਰਤੀ ਸੰਵਿਧਾਨ ਦੇ ਨਿਰਮਾਣ ਦੌਰਾਨ ਹੇਠ ਲਿਖਿਆਂ ਵਿੱਚੋਂ ਕਿਸ ਨੇ ਉਦੇਸ਼ ਪ੍ਰਸਤਾਵ ਪੇਸ਼ ਕੀਤਾ ਸੀ। ਮਤਲਬ ਕਿਹੜਾ ਵਿਅਕਤੀ ਸੀ ਜਿਸ ਨੇ ਮਤਲਬ ਆਪਣਾ ਓਬਜੈਕਟਿਵ ਰੈਜ਼ੋਲੂਸ਼ਨ ਮਤਲਬ ਪੇਸ਼ ਕੀਤਾ ਸੀ ਆਪਣੀ ਕੌਂਸਟੀਚੁਐਂਟ ਅਸੈਂਬਲੀ ਦੇ ਅੱਗੇ। ਤਾਂ ਉਹ ਪਰਸਨ ਆਪਣਾ JL ਨਹਿਰੂ ਸੀਗਾ, ਜਵਾਹਰ ਲਾਲ ਨਹਿਰੂ ਸੀਗਾ, ਜਿਸ ਨੇ ਮਤਲਬ ਸੰਵਿਧਾਨਿਕ ਸਭਾ ਦੇ ਅੱਗੇ ਓਬਜੈਕਟਿਵ ਰੈਜ਼ੋਲੂਸ਼ਨ ਵੀ ਉਦੇਸ਼ ਪ੍ਰਸਤਾਵ ਵੀ ਕੀ ਉਦੇਸ਼ ਹੋਣਗੇ ਬੇਟਾ ਪ੍ਰਸਤਾਵ ਪਾਸ ਕੀਤਾ ਸੀਗਾ। ਜਵਾਹਰ ਲਾਲ ਨਹਿਰੂ ਨੇ ਪੇਸ਼ ਕੀਤਾ ਸੀਗਾ ਕੌਂਸਟੀਚੁਐਂਟ ਅਸੈਂਬਲੀ ਦੇ ਅੱਗੇ ਡੀਅਰ। ਤਾਂ ਨੈਕਸਟ ਕੁਐਸਚਨ ਹੈਗਾ ਕਹਿੰਦਾ ਔਨ ਵਿਚ ਡੇਟ ਜਵਾਹਰ ਲਾਲ ਨਹਿਰੂ ਇੰਟਰੋਡਿਊਸ ਦੀ ਓਬਜੈਕਟਿਵ ਰੈਜ਼ੋਲੂਸ਼ਨ ਇਨ ਦੀ ਕੌਂਸਟੀਚੁਐਂਟ ਅਸੈਂਬਲੀ। ਜਵਾਹਰ ਲਾਲ ਨਹਿਰੂ ਨੇ ਸੰਵਿਧਾਨ ਸਭਾ ਵਿੱਚ ਉਦੇਸ਼ ਮਤਾ ਜਾਂ ਉਦੇਸ਼ ਪ੍ਰਸਤਾਵ ਕਿਸ ਮਿਤੀ ਨੂੰ ਪੇਸ਼ ਕੀਤਾ ਸੀ। ਤਾਂ ਕਿਸ ਮਿਤੀ ਨੂੰ ਪੇਸ਼ ਕੀਤਾ ਸੀ ਓਬਜੈਕਟਿਵ ਰੈਜ਼ੋਲੂਸ਼ਨ ਜਵਾਹਰ ਲਾਲ ਨਹਿਰੂ ਨੇ ਦੀ ਤਾਂ 13 ਦਸੰਬਰ 1946 ਨੂੰ ਪੇਸ਼ ਕੀਤਾ ਸੀ। ਤਾਂ 13 ਦਸੰਬਰ 1946 ਦੇ ਉੱਤੇ ਤੁਸੀਂ ਟਿੱਕ ਲਗਾਓਗੇ। 13 ਦਸੰਬਰ 1946 ਦੇ ਉੱਤੇ। ਠੀਕ ਹੈ ਜੀ। ਨੈਕਸਟ ਹੈਗਾ ਓਬਜੈਕਟਿਵ ਰੈਜ਼ੋਲੂਸ਼ਨ ਅਡੋਪਟਡ ਬਾਏ ਕੌਂਸਟੀਚੁਐਂਟ ਅਸੈਂਬਲੀ ਔਨ। ਤਾਂ ਓਬਜੈਕਟਿਵ ਰੈਜ਼ੋਲੂਸ਼ਨ ਨੂੰ ਸੰਵਿਧਾਨ ਸਭਾ ਦੁਆਰਾ ਕਦੋਂ ਪ੍ਰਵਾਨਗੀ ਮਿਲੀ ਸੀ। ਤਾਂ ਕੁਐਸਚਨ ਦੋਹੇ ਅਲੱਗ-ਅਲੱਗ ਨੇ। ਦੇਖੋ ਪਿਛਲੇ ਕੁਐਸਚਨ ਵਿੱਚ ਆਪਾਂ ਨੇ ਕਿਹਾ ਸੀਗਾ ਵੀ ਓਬਜੈਕਟਿਵ ਰੈਜ਼ੋਲੂਸ਼ਨ ਕਦੋਂ ਇੰਟਰੋਡਿਊਸ ਕੀਤਾ ਗਿਆ ਸੀਗਾ, ਅਤੇ ਇਸ ਕੁਐਸਚਨ ਦੇ ਵਿੱਚ ਆਪਾਂ ਕਹਿ ਰਹੇ ਹਾਂ ਵੀ ਕੌਂਸਟੀਚੁਐਂਟ ਅਸੈਂਬਲੀ ਨੇ ਓਬਜੈਕਟਿਵ ਰੈਜ਼ੋਲੂਸ਼ਨ ਉਦੇਸ਼ ਮਤਾ ਨੂੰ ਮਤਲਬ ਕਦੋਂ ਪ੍ਰਵਾਨਗੀ ਦਿੱਤੀ ਸੀਗੀ ਡੀਅਰ। ਤਾਂ 22 ਜਨਵਰੀ 1947 ਨੂੰ ਪ੍ਰਵਾਨਗੀ ਮਿਲੀ ਸੀਗੀ। 22 ਜਨਵਰੀ 1942 ਦੇ। ਤਾਂ D ਆਪਸ਼ਨ 22 ਜਨਵਰੀ 1947 ਦੇ ਉੱਤੇ ਤੁਸੀਂ ਟਿੱਕ ਲਗਾਓਗੇ। ਠੀਕ ਹੈ ਜੀ। ਨੈਕਸਟ ਹੈਗਾ ਜੀ ਹਾਊ ਮੈਨੀ ਸੈਸ਼ਨਸ ਆਫ ਇੰਡੀਅਨ ਕੌਂਸਟੀਚੁਐਂਟ ਅਸੈਂਬਲੀ ਵਰ ਕੰਡਕਟਡ ਫਾਰ ਦੀ ਫਾਰਮੂਲੇਸ਼ਨ ਆਫ ਇੰਡੀਅਨ ਕੌਂਸਟੀਟਿਊਸ਼ਨ। ਭਾਰਤੀ ਸੰਵਿਧਾਨ ਬਣਾਉਣ ਲਈ ਭਾਰਤੀ ਸੰਵਿਧਾਨ ਸਭਾ ਦੇ ਕੁੱਲ ਕਿੰਨੇ ਸੈਸ਼ਨ ਹੋਏ ਸੀਗੇ। ਤਾਂ ਬੇਟਾ ਇਹਦੇ ਨਾਲ 2 ਆਨਸਰ ਨੇ। ਦੇਖੋ ਲਾਸਟ ਵਾਲਾ ਜਿਹੜਾ ਸੈਸ਼ਨ ਹੋਇਆ ਸੀਗਾ ਟਿਲ 26 ਨਵੰਬਰ 1949 ਤੱਕ ਹੋਇਆ ਸੀ, 26 ਨਵੰਬਰ ਤੱਕ।
ਤਾਂ ਉਦੋਂ ਸੈਸ਼ਨ 11ਵਾਂ ਚੱਲ ਰਿਹਾ ਸੀ, ਤਾਂ ਫਿਰ ਟਿਕ 11 ਸੈਸ਼ਨ ਦੇ ਉੱਤੇ ਟਿਕ ਲਾਉਂਗੇ। ਮਤਲਬ ਉਰੇ ਸੰਵਿਧਾਨ ਬਣ ਚੁੱਕਿਆ ਸੀਗਾ 26 ਨਵੰਬਰ 1949 ਨੂੰ ਆਪਣਾ ਸੰਵਿਧਾਨ ਬਣ ਕੇ ਪੂਰਾ ਤਿਆਰ ਕਰ ਲਿਆ ਗਿਆ ਸੀ, ਠੀਕ ਹੈ ਜੀ। ਬਟ ਜੇਕਰ ਤੁਹਾਨੂੰ ਮਤਲਬ 11ਵਾਂ ਆਪਸ਼ਨ ਨਹੀਂ ਦਿੰਦਾ ਤਾਂ ਫਿਰ ਤੁਸੀਂ ਮਤਲਬ 12 ਦੇ ਉੱਤੇ ਵੀ ਟਿਕ ਲਾ ਸਕਦੇ ਹੋ, ਕਿਉਂਕਿ ਇੱਕ 12ਵਾਂ ਸੈਸ਼ਨ ਹੋਇਆ ਸੀਗਾ 24 ਜਨਵਰੀ ਤੋਂ ਲੈ ਕੇ 26 ਜਨਵਰੀ 1950 ਤੱਕ ਡੀਅਰ ਸਟੂਡੈਂਟ। ਤਾਂ ਇਹਨੂੰ 12ਵਾਂ ਸੈਸ਼ਨ ਵੀ ਆਪਾਂ ਕਹਿ ਦਿੰਦੇ ਹੁੰਦੇ ਹਾਂ। ਤਾਂ ਜੇ ਆਪਸ਼ਨ ਵਿੱਚ 11 ਹੈਗਾ ਤਾਂ 11 'ਤੇ ਟਿਕ ਲੱਗੂਗਾ, ਜੇ ਆਪਸ਼ਨ 'ਚ 12 ਹੈਗਾ ਤਾਂ 12 ਦੇ ਅਕੋਰਡਿੰਗ ਵੀ ਟਿਕ ਲੱਗ ਜੂਗਾ, ਠੀਕ ਹੈ ਜੀ। ਨੈਕਸਟ ਕੁਐਸਚਨ ਹੈਗਾ, ਹਾਊ ਮਚ ਟਾਈਮ ਦੀ ਕੌਨਸਟੀਟਿਊਐਂਟ ਅਸੈਂਬਲੀ ਟੁੱਕ ਟੂ ਫਰੇਮ ਦੀ ਕੌਨਸਟੀਟਿਊਸ਼ਨ ਆਫ ਇੰਡੀਆ। ਤਾਂ ਸੰਵਿਧਾਨਕ ਸਭਾ ਨੂੰ ਭਾਰਤੀ ਸੰਵਿਧਾਨ ਬਣਾਉਣ ਲਈ ਕਿੰਨਾ ਸਮਾਂ ਲੱਗਿਆ ਸੀ। ਤਾਂ ਦੇਖੋ ਆਪਾਂ ਪਹਿਲਾਂ ਪੜ੍ਹਿਆ ਸੀਗਾ ਵੀ ਦੇਖੋ ਜਿਹੜਾ ਮਤਲਬ ਪਹਿਲੀ ਮੀਟਿੰਗ ਹੋਈ ਸੀਗੀ ਉਹ 9 ਦਸੰਬਰ, ਠੀਕ ਹੈ ਜੀ, 1946 ਨੂੰ ਹੋਈ ਸੀ। ਅਤੇ ਜਿਹੜੀ ਮਤਲਬ ਲਾਸਟ ਸੈਸ਼ਨ ਹੋਇਆ ਸੀਗਾ ਡੀਅਰ ਸਟੂਡੈਂਟਸ ਉਹ ਆਪਣਾ 26 ਨਵੰਬਰ 1949 ਨੂੰ ਹੋਇਆ ਸੀ। ਤਾਂ ਲਗਭਗ 3 ਈਅਰਸ ਦੇ ਲਗਭਗ ਹੈ, ਜਿਹਨੂੰ ਆਪਾਂ ਐਗਜ਼ੈਕਟ ਟਾਈਮ ਤੁਸੀਂ ਡਿਵਾਈਡ 2 ਈਅਰਸ 11 ਮੰਥਸ 18 ਡੇਜ਼ ਕਹਿ ਸਕਦੇ ਹੋ। ਤਾਂ ਇਸਦਾ ਸਹੀ ਆਪਸ਼ਨ ਡੀ ਆਪਣਾ ਸੀ ਆਪਸ਼ਨ ਦੇ ਉੱਤੇ, ਡੀ ਆਪਸ਼ਨ ਦੇ ਉੱਤੇ ਟਿਕ ਲਾਉਂਗੇ, ਨਹੀਂ ਡੀ ਨਹੀਂ, ਆਪਣਾ ਏ ਆਪਸ਼ਨ ਦੇ ਉੱਤੇ 2 ਈਅਰਸ 11 ਮੰਥਸ 18 ਡੇਜ਼। ਤਾਂ ਇਸਦਾ ਸਹੀ ਆਪਸ਼ਨ ਏ ਆਪਸ਼ਨ ਹੈਗਾ 2 ਈਅਰਸ 11 ਮੰਥਸ 18 ਡੇਜ਼ ਡੀਅਰ, ਠੀਕ ਹੈ ਜੀ। ਤਾਂ ਨੈਕਸਟ ਹੈਗਾ, ਦੀ ਕੌਨਸਟੀਟਿਊਸ਼ਨ ਆਫ ਇੰਡੀਆ ਵਾਜ਼ ਕੰਪਲੀਟਿਡ ਔਨ। ਭਾਰਤ ਦਾ ਸੰਵਿਧਾਨ ਕਦੋਂ ਪੂਰਾ ਹੋਇਆ ਸੀਗਾ। ਤਾਂ ਸਿੱਧੇ ਬਹੁਤ 3-4 ਕੁਐਸਚਨ ਨਾ ਬੜੇ ਉਲਝਵੇਂ ਨੇ, ਧਿਆਨ ਰੱਖਿਓ। ਜੇਕਰ ਤੁਹਾਨੂੰ ਪੁੱਛ ਰਿਹਾ ਭਾਰਤ ਦਾ ਸੰਵਿਧਾਨ ਕਦੋਂ ਪੂਰਾ ਹੋਇਆ ਸੀਗਾ ਤਾਂ ਕਦੋਂ ਪੂਰਾ ਹੋਇਆ 26 ਨਵੰਬਰ 1949 ਨੂੰ ਪੂਰਾ ਹੋਇਆ ਸੀ। ਤਾਂ ਬੀ ਆਪਸ਼ਨ 26 ਨਵੰਬਰ 1949 ਨੂੰ ਆਪਣਾ ਸੰਵਿਧਾਨ ਬਣ ਕੇ ਪੂਰਾ ਤਿਆਰ ਹੋ ਗਿਆ ਸੀ, ਠੀਕ ਹੈ ਜੀ। ਤਾਂ ਨੈਕਸਟ ਕੁਐਸਚਨ ਕਹਿ ਰਹੇ ਦੀ ਕੌਨਸਟੀਟਿਊਸ਼ਨ ਆਫ ਇੰਡੀਆ ਵਾਜ਼ ਅਡੋਪਟਡ ਬਾਈ ਦੀ ਕੌਨਸਟੀਟਿਊਐਂਟ ਅਸੈਂਬਲੀ ਔਨ ਵਿਚ ਡੇਟ। ਭਾਰਤ ਦੇ ਸੰਵਿਧਾਨ ਨੂੰ ਸੰਵਿਧਾਨ ਸਭਾ ਦੁਆਰਾ ਕਿਸ ਮਿਤੀ ਨੂੰ ਅਪਣਾਇਆ ਗਿਆ ਸੀ। ਤਾਂ ਕਿਸ ਮਿਤੀ ਨੂੰ ਆਪਣੀ ਕੌਨਸਟੀਟਿਊਐਂਟ ਅਸੈਂਬਲੀ ਨੇ ਅਡੋਪਟ ਕੀਤਾ ਸੀ। ਤਾਂ ਅਡੋਪਟ ਵੀ ਡੀਅਰ ਸਟੂਡੈਂਟ 26 ਨਵੰਬਰ 1949 ਦੇ ਉੱਤੇ ਤੁਸੀਂ ਟਿਕ ਲਾਓਗੇ। ਤਾਂ ਸੀ ਆਪਸ਼ਨ 26 ਨਵੰਬਰ 1949। ਤਾਂ ਧਿਆਨ ਰੱਖਿਓ ਕੰਪਲੀਟ ਵੀ 26 ਨਵੰਬਰ 1949 ਨੂੰ ਹੈ ਅਤੇ ਅਡੋਪਟ ਵੀ ਆਪਾਂ ਨੇ 26 ਨਵੰਬਰ 1949 ਵਿੱਚ ਹੀ ਅਡੋਪਟ ਕਰ ਲਿਆ ਸੀਗਾ। ਜੇਕਰ ਤੁਹਾਨੂੰ ਕੋਈ ਪੁੱਛੇ ਦੀ ਕੌਨਸਟੀਟਿਊਸ਼ਨ ਆਫ ਇੰਡੀਆ ਵਾਜ਼ ਕੇਮ ਇਨਟੂ ਫੋਰਸ ਔਨ ਵਿਚ ਡੇਟ। ਭਾਰਤ ਦਾ ਸੰਵਿਧਾਨ ਕਿਸ ਮਿਤੀ ਨੂੰ ਲਾਗੂ ਕੀਤਾ ਗਿਆ ਸੀ। ਅਤੇ ਜੇ ਲਾਗੂ ਕਹਿ ਰਿਹਾ ਡੀਅਰ ਸਟੂਡੈਂਟ ਤਾਂ 26 ਜਨਵਰੀ 1950 ਨੂੰ ਡੀਅਰ ਸਟੂਡੈਂਟ ਆਪਣਾ ਲਾਗੂ ਕੀਤਾ ਗਿਆ ਸੀ। ਤਾਂ ਏ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾਓਗੇ 26 ਜਨਵਰੀ 1950 ਦੇ ਉੱਤੇ, ਠੀਕ ਹੈ ਜੀ। ਤਾਂ ਨੈਕਸਟ ਹੈਗਾ, ਵਿਚ ਡੇ ਇਜ਼ ਸੈਲੀਬ੍ਰੇਟਿਡ ਐਜ਼ ਕੌਨਸਟੀਟਿਊਸ਼ਨ ਡੇ ਇਨ ਇੰਡੀਆ। ਤਾਂ ਵਿਚ ਡੇ ਇਜ਼ ਸੈਲੀਬ੍ਰੇਟਿਡ ਐਜ਼ ਕੌਨਸਟੀਟਿਊਸ਼ਨ ਡੇ ਇਨ ਇੰਡੀਆ। ਭਾਰਤ ਵਿੱਚ ਕਿਸ ਦਿਨ ਨੂੰ ਸੰਵਿਧਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਤਾਂ ਸੰਵਿਧਾਨ ਦਿਵਸ ਵਜੋਂ ਬੇਟਾ ਆਪਾਂ 26 ਨਵੰਬਰ ਨੂੰ ਆਪਾਂ ਸੈਲੀਬ੍ਰੇਟ ਕਰਦੇ ਹਾਂ। ਤਾਂ ਬੀ ਆਪਸ਼ਨ ਦੇ ਉੱਤੇ ਤੁਸੀਂ 26 ਨਵੰਬਰ ਦੇ ਉੱਤੇ ਤੁਸੀਂ ਟਿਕ ਲਗਾਓਗੇ, ਠੀਕ ਹੈ ਜੀ। ਨੈਕਸਟ ਹੈਗਾ, ਵਾਈ ਡਿਡ ਕੌਨਸਟੀਟਿਊਸ਼ਨ ਕੇਮ ਇਨਟੂ ਫੋਰਸ 2 ਮੰਥਸ ਪੋਸਟ ਅਡੋਪਸ਼ਨ। ਭਾਰਤੀ ਸੰਵਿਧਾਨ ਅਪਣਾਉਣ ਤੋਂ 2 ਮਹੀਨੇ ਬਾਅਦ ਕਿਉਂ ਲਾਗੂ ਹੋਇਆ। ਦੇਖੋ 26 ਨਵੰਬਰ 1949 ਨੂੰ 1949 ਨੂੰ ਆਪਣਾ ਸੰਵਿਧਾਨ ਅਡੋਪਟ ਕਰ ਲਿਆ ਸੀ, ਬਟ ਫਿਰ ਲਾਗੂ ਨੂੰ ਆਪਾਂ ਕਹਿ ਰਹੇ ਹਾਂ ਵੀ 2 ਮਹੀਨੇ ਦਾ ਸਮਾਂ ਆਪਾਂ ਕਿਉਂ ਬਾਅਦ ਲਾਗੂ ਕੀਤਾ, ਮਤਲਬ 26 ਜਨਵਰੀ 1950 ਨੂੰ ਕਿਉਂ ਲਾਗੂ ਕੀਤਾ। ਇਹਦਾ ਆਨਸਰ ਆਪਾਂ ਨੇ ਲਿਖਿਆ ਪਿਆ ਹੈਗਾ, ਦਿਸ ਡੇ ਵਾਜ਼ ਬੀਂਗ ਸੈਲੀਬ੍ਰੇਟਿਡ ਐਜ਼ ਦੀ ਇੰਡੀਪੈਂਡੈਂਸ ਡੇ ਸਿੰਸ 1930 ਬਾਏ INC। ਕਿਉਂਕਿ ਕਾਂਗਰਸ ਨੇ ਇਸ ਦਿਨ ਨੂੰ 1930 ਤੋਂ ਸੁਤੰਤਰਤਾ ਦਿਵਸ ਵਜੋਂ ਮਨਾਇਆ ਗਿਆ ਸੀ, ਠੀਕ ਹੈ ਜੀ। ਤਾਂ ਕਾਂਗਰਸ ਵੱਲੋਂ 1930 ਤੋਂ ਮਨਾ ਰਹੇ ਸੀਗੇ ਸੁਤੰਤਰਤਾ ਦਿਵਸ। 1929 ਵਿੱਚ ਇੱਕ ਸੈਸ਼ਨ ਹੋਇਆ ਸੀਗਾ ਲਾਹੌਰ ਦੇ ਵਿੱਚ, JL ਨਹਿਰੂ ਨੇ ਉਸ ਸੈਸ਼ਨ ਦੇ ਵਿੱਚ ਇਹ ਵਾਲੀ ਗੱਲ ਡਿਕਲੇਅਰ ਕੀਤੀ ਸੀਗੀ ਵੀ ਆਪਾਂ ਹਰ ਸਾਲ ਇੰਡੀਆ ਦੇ ਵਿੱਚ ਇੰਡੀਪੈਂਡੈਂਸ ਡੇ 26 ਨਵੰਬਰ ਨੂੰ ਮਨਾਇਆ ਕਰਾਂਗੇ। ਬਟ ਯੂ ਨੋ ਵੈਰੀ ਵੈਲ ਵੀ ਆਪਣਾ ਦੇਸ਼ ਤਾਂ 15 ਅਗਸਤ ਨੂੰ ਆਜ਼ਾਦ ਹੋ ਗਿਆ ਸੀਗਾ, ਜਿਹਦੇ ਕਰਕੇ ਆਪਾਂ 26 ਨਵੰਬਰ ਨੂੰ ਵੀ ਆਪਣਾ ਮਤਲਬ ਦੇ ਲੋਕਾਂ ਨੂੰ ਇਤਿਹਾਸ ਯਾਦ ਰਵੇ। ਦੈਟਸ ਵਾਈ ਆਪਾਂ ਨੇ ਦੇਸ਼ ਦਾ ਸਭ ਤੋਂ ਵੱਡਾ ਕਾਨੂੰਨ ਇੱਥੇ ਲਾਗੂ ਕਰਤਾ ਸੀ, ਠੀਕ ਹੈ ਜੀ। ਨੈਕਸਟ ਹੈਗਾ ਡੀਅਰ, ਵੈਨ ਡਿਡ ਦੀ ਕੌਨਸਟੀਟਿਊਐਂਟ ਅਸੈਂਬਲੀ ਅਡੋਪਟ ਦੀ ਨੈਸ਼ਨਲ ਫਲੈਗ। ਬਹੁਤ ਫੇਮਸ ਹੈ ਵੀ ਭਾਰਤੀ ਸੰਵਿਧਾਨ ਸਭਾ ਨੇ ਰਾਸ਼ਟਰੀ ਝੰਡਾ ਕਦੋਂ ਅਪਣਾਇਆ ਸੀ। ਤਾਂ ਭਾਰਤੀ ਸੰਵਿਧਾਨ ਵੱਲੋਂ ਜਿਹੜਾ ਰਾਸ਼ਟਰੀ ਝੰਡਾ ਅਪਣਾਇਆ ਗਿਆ ਸੀਗਾ ਡੀਅਰ ਸਟੂਡੈਂਟ
ਉਹ ਕਦੋਂ ਅਪਣਾਇਆ ਗਿਆ ਸੀਗਾ? ਤਾਂ 22 ਜੁਲਾਈ 1947 ਨੂੰ ਅਪਣਾਇਆ ਗਿਆ ਸੀ। ਦੇਖੋ 3 ਜੂਨ 1947 ਨੂੰ ਲਾਰਡ ਮਾਊਂਟਬੈਟਨ ਦਾ ਇਹ ਪਲਾਨ ਆ ਗਿਆ ਸੀਗਾ ਵੀ ਅਸੀਂ ਭਾਰਤ ਦੇਸ਼ ਨੂੰ ਆਜ਼ਾਦ ਕਰਾਂਗੇ 15 ਅਗਸਤ 1947 ਨੂੰ। ਦੇਖੋ 15 ਅਗਸਤ 1947 ਨੂੰ ਦੇਸ਼ ਨੂੰ ਆਜ਼ਾਦ ਕਰਨਾ ਹੈ, ਤਾਂ ਦੇਸ਼ ਜੇ ਆਜ਼ਾਦ ਹੋਊਗਾ ਤਾਂ ਆਪਣੇ ਭਾਰਤ ਦਾ ਝੰਡਾ ਤਾਂ ਲੱਗੂਗਾ ਨਾ। ਤਾਂ ਇਸ ਲਈ 15 ਅਗਸਤ 1945 ਤੋਂ ਪਹਿਲਾਂ ਮਤਲਬ 47 ਤੋਂ ਪਹਿਲਾਂ ਬੇਟਾ 22 ਜੁਲਾਈ 1947 ਨੂੰ ਮਤਲਬ ਆਪਣੇ ਭਾਰਤ ਦੇਸ਼ ਨੇ ਅਡੋਪਟ ਕਰ ਲਿਆ ਸੀ ਆਪਣਾ ਨੈਸ਼ਨਲ ਫਲੈਗ ਤਿਰੰਗਾ ਡੀਅਰ। ਠੀਕ ਹੈ ਜੀ। ਨੈਕਸਟ ਹੈਗਾ ਦੀ ਨੈਸ਼ਨਲ ਫਲੈਗ ਆਫ ਇੰਡੀਆ ਵਾਜ਼ ਡਿਜ਼ਾਈਨਡ ਬਾਏ। ਤਾਂ ਜਿਹੜਾ ਭਾਰਤ ਦਾ ਰਾਸ਼ਟਰੀ ਝੰਡਾ ਉਹ ਕਿਸ ਨੇ ਡਿਜ਼ਾਈਨ ਕੀਤਾ ਸੀਗਾ? ਇਹ ਬਹੁਤ ਫੇਮਸ ਕੁਐਸਚਨ ਹੈ ਡੀਅਰ ਸਟੂਡੈਂਟ। ਤਾਂ ਜਿਹੜਾ ਨੈਸ਼ਨਲ ਫਲੈਗ ਆਪਣੇ ਭਾਰਤ ਦਾ ਪਿੰਗਾਲੀ ਵੈਂਕਈਆ ਨੇ ਡਿਜ਼ਾਈਨ ਕੀਤਾ ਸੀਗਾ। ਤਾਂ ਸੀ ਆਪਸ਼ਨ ਪਿੰਗਾਲੀ ਵੈਂਕਈਆ ਦੇ ਉੱਤੇ ਤੁਸੀਂ ਟਿਕ ਲਗਾਓਗੇ। ਠੀਕ ਹੈ ਜੀ। ਨੈਕਸਟ ਹੈਗਾ ਹੂ ਵਾਜ਼ ਦੀ ਚੇਅਰਮੈਨ ਆਫ ਦੀ ਨੈਸ਼ਨਲ ਫਲੈਗ ਕਮੇਟੀ। ਤਾਂ ਜਦੋਂ ਨੈਸ਼ਨਲ ਫਲੈਗ ਦੀ ਕਮੇਟੀ ਬਣਾਈ ਗਈ ਸੀ ਉਹਦਾ ਚੇਅਰਮੈਨ ਕਿਸ ਨੂੰ ਬਣਾਇਆ ਗਿਆ ਸੀਗਾ ਡੀਅਰ ਸਟੂਡੈਂਟ? ਤਾਂ ਨੈਸ਼ਨਲ ਫਲੈਗ ਕਮੇਟੀ ਦਾ ਜਿਹੜਾ ਚੇਅਰਮੈਨ ਬਣਾਇਆ ਗਿਆ ਸੀ ਉਹ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਬਣਾਇਆ ਗਿਆ ਸੀ। ਤਾਂ ਬੀ ਆਪਸ਼ਨ ਡਾਕਟਰ ਰਾਜਿੰਦਰ ਪ੍ਰਸਾਦ ਦੇ ਉੱਤੇ ਟਿਕ ਲਗਾਓਗੇ। ਠੀਕ ਹੈ ਜੀ। ਨੈਕਸਟ ਹੈਗਾ ਦੀ ਫਸਟ ਨੈਸ਼ਨਲ ਫਲੈਗ ਆਫ ਇੰਡੀਆ ਇਜ਼ ਸੈਟ ਟੂ ਹੈਵ ਹੋਇਸਟਡ ਐਟ ਡੈਸ਼ ਇਨ 1906। 1906 ਵਿੱਚ ਭਾਰਤ ਦਾ ਪਹਿਲਾ ਰਾਸ਼ਟਰੀ ਝੰਡਾ ਕਿੱਥੇ ਲਹਿਰਾਇਆ ਗਿਆ ਸੀ? ਜਿਹੜਾ ਤਿਰੰਗਾ ਝੰਡਾ ਸੀ ਕਹਿੰਦੇ ਆਪਾਂ ਕਿੱਥੇ ਲਹਿਰਾਇਆ ਸੀ? ਤਾਂ ਇੰਨਾ ਗੱਲ ਪਤਾ ਹੋਣਾ ਚਾਹੀਦਾ ਵੀ 1906 ਵਿੱਚ ਲਹਿਰਾਇਆ ਸੀ। ਤਾਂ ਕਲਕੱਤੇ ਵਿਖੇ ਲਹਿਰਾਇਆ ਸੀ। INC ਦਾ ਇੱਕ ਸੈਸ਼ਨ ਸੀਗਾ ਕੋਲਕਾਤਾ ਵਿਖੇ ਡੀਅਰ। ਤਾਂ ਉਸ ਸੈਸ਼ਨ ਦੇ ਵਿੱਚ ਲਹਿਰਾਇਆ ਗਿਆ ਸੀ ਆਪਣੇ ਭਾਰਤ ਦਾ ਨੈਸ਼ਨਲ ਫਲੈਗ ਤਿਰੰਗਾ ਉਸ ਸਮੇਂ 1906 ਦੇ ਵਿੱਚ। ਠੀਕ ਹੈ ਜੀ। ਨੈਕਸਟ ਹੈਗਾ ਹੂ ਅਮੰਗ ਦੀ ਫੋਲੋਇੰਗ ਵਾਜ਼ ਦੀ ਫਸਟ ਇੰਡੀਅਨ ਟੂ ਅਨਫਰਲ ਦੀ ਇੰਡੀਅਨ ਟਰਾਈ ਕਲਰ ਔਨ ਫੋਰਨ ਲੈਂਡ। ਤਾਂ ਵਿਦੇਸ਼ੀ ਧਰਤੀ 'ਤੇ ਭਾਰਤੀ ਤਿਰੰਗਾ ਝੰਡਾ ਲਹਿਰਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਕੌਣ ਸੀ? ਵੀ ਕਿਸੇ ਵੀ ਵਿਦੇਸ਼ ਦੇ ਵਿੱਚ ਆਪਣਾ ਤਿਰੰਗਾ ਝੰਡਾ ਲਹਿਰਾਉਣ ਵਾਲਾ ਜਿਹੜਾ ਪਹਿਲਾ ਪਰਸਨ ਸੀ, ਪਹਿਲਾ ਮਹਿਲਾ ਸੀਗੀ ਆਪਣੀ, ਤਾਂ ਉਸਦਾ ਨਾਮ ਹੈਗਾ ਡੀਅਰ ਸਟੂਡੈਂਟਸ ਆਪਣਾ ਮੈਡਮ ਬਿੱਕਾ ਜੀ ਕਾਮਾ। ਮੈਡਮ ਬਿੱਕਾ ਜੀ ਕਾਮਾ ਸੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾਓਗੇ। ਮੈਡਮ ਬਿੱਕਾ ਜੀ ਕਾਮਾ ਦੇ ਉੱਤੇ ਟਿਕ ਲੱਗੇਗਾ। ਠੀਕ ਹੈ ਜੀ। ਨੈਕਸਟ ਹੈਗਾ ਜੀ ਵੈਨ ਡਿਡ ਇੰਡੀਅਨ ਕੌਂਸਟੀਚੂਐਂਟ ਅਸੈਂਬਲੀ ਅਡੋਪਟਿਡ ਦੀ ਨੈਸ਼ਨਲ ਐਂਥਮ ਜਨ ਗਣ ਮਨ। ਤਾਂ ਇੰਡੀਅਨ ਕੌਂਸਟੀਚੂਐਂਟ ਅਸੈਂਬਲੀ ਨੇ ਕਦੋਂ ਆਪਣਾ ਜਿਹੜਾ ਨੈਸ਼ਨਲ ਐਂਥਮ ਹੈ ਜਨ ਗਣ ਮਨ ਨੂੰ ਅਡੋਪਟ ਕੀਤਾ ਸੀਗਾ? ਤਾਂ ਇਸਦਾ ਸਹੀ ਆਨਸਰ ਹੈਗਾ 24 ਜਨਵਰੀ 1950 ਨੂੰ ਡੀਅਰ। ਤਾਂ 24 ਜਨਵਰੀ 1950 ਨੂੰ ਨੈਸ਼ਨਲ ਐਂਥਮ ਜਨ ਗਣ ਮਨ ਦਾ ਹਿੰਦੀ ਵਰਜ਼ਨ ਆਪਾਂ ਨੇ ਅਡੋਪਟ ਕੀਤਾ ਸੀਗਾ 24 ਜਨਵਰੀ 1950 ਨੂੰ। ਠੀਕ ਹੈ ਜੀ। ਨੈਕਸਟ ਹੈਗਾ ਮੈਡਮ ਬਿੱਕਾ ਜੀ ਕਾਮਾ ਅਨਫੋਲਡਡ ਦੀ ਨੈਸ਼ਨਲ ਫਲੈਗ ਆਫ ਇੰਡੀਆ ਇਨ 1907 ਐਟ। ਤਾਂ ਮੈਡਮ ਬਿੱਕਾ ਜੀ ਕਾਮਾ ਨੇ 1907 ਦੇ ਵਿੱਚ ਯਾਦ ਰੱਖਣਾ ਹੈ ਵੀ ਕਿਹੜੀ ਜਗ੍ਹਾ 'ਤੇ ਆਪਣੇ ਭਾਰਤ ਦਾ ਤਿਰੰਗਾ ਝੰਡਾ ਲਹਿਰਾਇਆ ਸੀਗਾ? ਤਾਂ 1907 ਦੇ ਵਿੱਚ। ਤਾਂ ਉਸ ਜਗ੍ਹਾ ਦਾ ਨਾਮ ਹੈਗਾ ਡੀਅਰ ਸਟੂਡੈਂਟਸ ਆਪਣਾ ਇੰਟਰਨੈਸ਼ਨਲ ਸੋਸ਼ਲਿਸਟ ਕਾਨਫਰੰਸ ਸਤੂਤਗਾਰਟ ਜਰਮਨੀ ਦੇ ਵਿੱਚ। ਤਾਂ ਸਟੂਟਗਾਰਟ ਜਰਮਨੀ ਦੇ ਵਿੱਚ ਬਹੁਤ ਵਾਰੀ ਐਗਜ਼ਾਮ 'ਚ ਕੁਐਸਚਨ ਆ ਚੁੱਕਾ ਵੀ ਮੈਡਮ ਬਿੱਕਾ ਜੀ ਕਾਮਾ ਨੇ 1907 ਦੇ ਵਿੱਚ ਜਰਮਨੀ ਦੇ ਵਿੱਚ ਸਟੂਟਗਾਰਟ ਦੇ ਵਿੱਚ ਮਤਲਬ ਝੰਡਾ ਲਹਿਰਾਇਆ ਸੀਗਾ। ਇੰਟਰਨੈਸ਼ਨਲ ਸੋਸ਼ਲਿਸਟ ਕਾਨਫਰੰਸ ਸੀਗੀ। ਠੀਕ ਹੈ ਜੀ। ਤਾਂ ਹੋਪ ਕਰਦਾ ਤੁਹਾਨੂੰ ਸਾਰੇ ਕੁਐਸਚਨ ਬਹੁਤ ਹੀ ਚੰਗੇ ਲੱਗੇ ਹੋਣਗੇ। ਤਾਂ ਪਲੀਜ਼ ਸਟੂਡੈਂਟਸ ਵੱਧ ਤੋਂ ਵੱਧ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਨਾਲ ਲੱਗੀ ਹੈ। ਤਾਂ ਪਲੀਜ਼ ਅੱਗੇ ਆਪਣੇ ਫਰੈਂਡਸ ਨੂੰ ਵੀਡੀਓ ਜ਼ਰੂਰ ਸ਼ੇਅਰ ਵੱਧ ਤੋਂ ਵੱਧ ਕਰ ਦਿਆ ਕਰੋ। ਥੈਂਕਸ ਯੂ ਐਵਰੀਵਨ ਫॉर ਵਾਚਿੰਗ ਦਿਸ ਵੀਡੀਓ।